ਸਤਿ ਸ਼੍ਰੀ ਅਕਾਲ ਜੀ, ਮੈਂ ਆ ਰੇਨੂ ਔਰ ਤੁਸੀਂ ਵੇਖ ਰਹੇ ਹੋ ਗਲੋਬਲ ਹੈਡਲਾਈਨ ਨਿਊਜ਼। ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਇੱਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਇੱਕ ਨੌਜਵਾਨ ਨੂੰ ਤੇਜ਼ ਹਥਿਆਰਾਂ ਦੇ ਨਾਲ ਜ਼ਖਮੀ ਕੀਤਾ ਗਿਆ। ਅੰਮ੍ਰਿਤਸਰ ਵਿੱਚ ਅੱਜ ਇੱਕ ਦਿਲ ਦਹਿਲਾਨ ਵਾਲਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਪਤੀ ਵੱਲੋਂ ਪਤਨੀ ਨੂੰ ਸੰਗਲਾਂ ਦੇ ਨਾਲ ਬੰਧਕ ਬਣਾ ਕੇ ਰੱਖਿਆ ਜਾਂਦਾ ਸੀ। ਪੰਜਾਬ ਦੇ ਜ਼ਿਲ੍ਹਾ ਬਠਿੰਡੇ ਵਿੱਚ ਅੱਜ 14ਵੇਂ ਦਿਨ ਵੀ ਕਿਸਾਨਾਂ ਵੱਲੋਂ ਕੀਤਾ ਗਿਆ ਰੇਲਵੇ ਦਾ ਚੱਕਾ ਜਾਮ ਅਤੇ ਥਾਣਾ ਵਲਟੋਹਾ ਦੀ ਪੁਲਿਸ ਨੇ 1 ਕਿਲੋ ਹੀਰੋਇਨ ਦੇ ਨਾਲ ਕੀਤਾ 2 ਵਿਅਕਤੀਆਂ ਨੂੰ ਗ੍ਰਿਫਤਾਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਲੁਧਿਆਣਾ ਦੇ ਡੱਬਾ ਕਲੋਨੀ ਖੇਤਰ ਵਿੱਚ ਹੁੱਲੜਬਾਜ਼ੀ ਕਰ ਰਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਇੱਕ ਨੌਜਵਾਨ ਨਾਲ ਕੁੱਟਮਾਰ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦਾ ਦੋਸ਼ ਹੈ ਕਿ ਘਟਨਾ ਦੇ ਸਿਰਫ 3 ਦਿਨਾਂ ਬਾਅਦ ਵੀ ਪੁਲਿਸ ਅਜੇ ਤੱਕ ਕਾਰਵਾਈ ਨਹੀਂ ਕਰ ਰਹੀ, ਜਦਕਿ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਸੀ। ਇਸ ਦੇ ਨਾਲ ਹੀ ਇਸ ਘਟਨਾ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਕੁਝ ਨੌਜਵਾਨ ਪੀੜਤ ਵਿਅਕਤੀ ਤੇ ਹਮਲਾ ਕਰਦੇ ਦਿਖਾਈ ਦੇ ਰਹੇ ਹਨ। ਪੀੜਤ ਨੇ ਦੱਸਿਆ ਕਿ 11 ਅਕਤੂਬਰ ਦੀ ਰਾਤ ਨੂੰ ਕੁਝ ਨੌਜਵਾਨ ਉਹਨਾਂ ਦੀ ਗਲੀ ਵਿੱਚ ਹੁੱਲੜਬਾਜ਼ੀ ਕਰ ਰਹੇ ਸਨ, ਜਿੱਥੇ ਗਲੀ ਦੇ ਹੋਰ ਲੋਕ ਵੀ ਮੌਜੂਦ ਸਨ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੋਸ਼ੀਆਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਗਿਆ। ਉਸ ਤੋਂ ਬਾਅਦ ਨੌਜਵਾਨਾਂ ਨੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਹੁਣ ਤੱਕ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਨ ਵਿੱਚ ਅਸਫਲ ਰਹੀ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਪਾਸਿਆਂ ਨੂੰ ਸ਼ਾਮ 5 ਵਜੇ ਦਾ ਸਮਾਂ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਅਮਰਤਪਾਲ ਸਿੰਘ ਆ ਜੀ, ਮੈਂ ਡਾਬਾ ਕਲੋਨੀ ਗਲੀ ਨੰਬਰ 7 ਦਾ ਨਿਵਾਸੀ ਆ। ਕੀ ਗੱਲਬਾਤ ਹੋਈ, ਜਿਹੜਾ ਕੁੱਟਮਾਰ ਕੀਤੀ, ਕੌਣ ਬੰਦੇ ਤੇ ਕਦੋਂ ਦੀ ਵਾਰਦਾਤ ਹੈ, ਕਦੋਂ ਦੀ ਗੱਲਬਾਤ? ਇਹ 11 ਤਰੀਕ ਦੀ ਵਾਰਦਾਤ ਆ ਜੀ। ਰਾਤ ਨੂੰ ਵਕਤ ਕਰੀਬ 9 ਵਜੇ ਦਾ ਟਾਈਮ ਸੀ ਰਾਤ ਦਾ, ਤੇ ਗਲੀ ਦੇ ਵਿੱਚ ਇੱਕ ਚਿੱਟੇ ਰੰਗ ਦੀ ਜ਼ੈਨ ਕਾਰ ਘੁੰਮ ਰਹੀ ਸੀ। ਗਲੀ ਦੇ ਵਿੱਚ ਇੱਕ ਚਿੱਟੇ ਰੰਗ ਦੀ ਜ਼ੈਨ ਕਾਰ ਘੁੰਮ ਰਹੀ ਸੀਗੀ। ਮਹੱਲੇ ਵਾਲਿਆਂ ਨੇ ਉੱਚੀ ਗਾਣੇ ਲਾ ਕੇ ਸ਼ਰਾਬ ਪੀਤੀ ਸੀ, ਮੁੰਡਿਆਂ ਦੀ ਹੁੱਲੜਬਾਜ਼ੀ ਕਰ ਰਹੇ ਸੀਗੇ। ਮਹੱਲੇ ਵਾਲਿਆਂ ਨੇ ਗੱਡੀ 'ਚ ਹੂਟਰ ਮਾਰ ਰਹੇ ਸੀ, ਬਾਰ-ਬਾਰ ਹੂਟਰ ਮਾਰ ਰਹੇ ਸੀ, ਤਾਂ ਮਹੱਲੇ ਵਾਲਿਆਂ ਨੇ ਗੱਡੀ ਰੋਕੀ। ਗੱਡੀ ਰੋਕਣ ਤੋਂ ਬਾਅਦ ਮੈਂ ਉਸ ਟਾਈਮ ਘਰੇ ਖਾਣਾ ਖਾ ਰਿਹਾ ਸੀਗਾ। ਖਾਣਾ ਖਾਣ ਤੋਂ ਬਾਅਦ ਮੈਂ ਸੈਰ ਕਰਨ ਲਈ ਜਦੋਂ ਘਰੋਂ ਬਾਹਰ ਨਿਕਲਿਆ, ਮੈਂ ਇਕੱਠ ਹੋਇਆ ਦੇਖਿਆ ਤਾਂ ਮੇਰਾ ਵੀ ਉਸ ਸਾਈਡ ਨੂੰ ਚਲਾ ਗਿਆ। ਜਦੋਂ ਮੈਂ ਉਸ ਜਗ੍ਹਾ 'ਤੇ ਪਹੁੰਚਿਆ ਤਾਂ ਉਹ ਬੰਦੇ ਗਲੀ ਵਾਲਿਆਂ ਨਾਲ ਬਹਿਸਬਾਜ਼ੀ ਕਰ ਰਹੇ ਸਨ। ਤਾਂ ਮੈਂ ਉਹਨਾਂ ਨੂੰ ਸਿਰਫ ਇੰਨੇ ਲਫ਼ਜ਼ ਕਹੇ ਕਿ ਇੱਦਾਂ ਦੇ ਕੰਮ ਮੁਹੱਲੇ ਵਿੱਚ ਸ਼ੋਭਾ ਨਹੀਂ ਦਿੰਦੇ। ਤਾਂ ਉਕਤ ਵਿਅਕਤੀ ਮੇਰੇ ਗਲ ਪੈ ਗਏ, ਜਿਨ੍ਹਾਂ 'ਚ ਇੱਕ ਮੁੰਡਾ ਸਾਡੀ ਗਲੀ ਦਾ ਹੀ ਸੀ, ਸਰਬਜੀਤ ਭੰਬਰ ਦਾ ਵੱਡਾ ਮੁੰਡਾ, ਦੀਪੂ ਭੰਬਰਾ ਕਹਿੰਦੇ ਆ ਉਹਨੂੰ, ਪਤਾ ਨਹੀਂ ਪੱਕਾ ਨਾਮ ਉਹਦਾ ਮੈਨੂੰ ਯਾਦ ਨਹੀਂ। ਉਹਨੇ ਮੇਰੇ ਸਿਰ 'ਚ ਕਿਰਪਾਨ ਮਾਰੀ ਪਹਿਲਾਂ, ਠੀਕ ਆ ਜੀ। ਉਸ ਤੋਂ ਬਾਅਦ 5-6 ਮੁੰਡੇ ਪਿੱਛੋਂ ਹੋਰ ਆਏ, ਉਹਨਾਂ ਨੇ ਮੇਰੀ ਚੰਗੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਹਨਾਂ ਕੋਲੇ ਕਿਰਪਾਨਾਂ, ਰਾਡਾਂ, ਗੱਡੀ ਦੇ ਵਿੱਚ ਪਹਿਲਾਂ ਹੀ ਪਤਾ ਨਹੀਂ ਕਿਵੇਂ ਗੱਡੀ 'ਚ ਰੱਖੀ ਫਿਰਦੇ ਸੀ। ਗੁੰਡੇ ਬੰਦੇ ਆ ਜੀ, ਕੁੱਟਮਾਰ ਲੋਕਾਂ ਨਾਲ ਕਰਦੇ। ਕੁੱਟਮਾਰ ਤਾਂ ਕੀਤੀ ਆ ਜੀ, ਅਸੀਂ ਉਹਨਾਂ ਨੂੰ ਇੱਥੇ ਗਲੀ ਦੇ ਵਿੱਚ ਹੁੱਲੜਬਾਜ਼ੀ ਕਰਨ ਤੋਂ ਰੋਕਿਆ। ਸੀਸੀਟੀਵੀ ਸਾਡੇ ਗਲੀ ਦੇ ਵਿੱਚ ਕੈਮਰੇ ਲੱਗੇ ਆ, ਸਾਰੀ ਸੀਸੀਟੀਵੀ ਫੁਟੇਜ ਪੁਲਿਸ ਨੂੰ ਵੀ ਦਿੱਤੀ ਗਈ ਆ ਜੀ। 11 ਤਰੀਕ ਦੀ ਮਾਮਲਾ, 3 ਦਿਨ ਹੋ ਗਏ, ਹਜੇ ਤੱਕ ਪਰਚਾ ਦਰਜ ਨਹੀਂ ਪੁਲਿਸ ਕਰ ਰਹੀ। ਪੁਲਿਸ ਕੋਈ ਜਵਾਬ ਨਹੀਂ ਜੀ। ਕਦੇ ਕੱਲ ਨੂੰ ਆ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ? ਪੁਲਿਸ ਦਾ ਪੋਲੀਟੀਕਲ ਪ੍ਰੈਸ਼ਰ ਲੱਗਦਾ ਜੀ, ਪੋਲੀਟੀਕਲ ਪ੍ਰੈਸ਼ਰ ਲੱਗਦਾ ਪੁਲਿਸ ਤੇ। ਮੈਂ ਤਾਂ ਜੀ ਹੁਣ ਸੀਪੀ ਸਾਹਿਬ ਦੇ ਅਸੀਂ ਕੱਲ ਨੂੰ ਦੇਖਦੇ ਹਾਂ ਅੱਗੇ ਦੀ ਮੰਗ ਇਹ ਕਰਦੇ ਹਾਂ, ਦੋਸ਼ੀਆਂ ਦੇ ਖਿਲਾਫ ਜਲਦ ਤੋਂ ਜਲਦ FIR ਦਰਜ ਕੀਤੀ ਜਾਵੇ ਤੇ ਦੋਸ਼ੀ ਗ੍ਰਿਫਤਾਰ ਕੀਤੇ ਜਾਣ, ਕਾਰਵਾਈ ਕੀਤੀ ਜਾਵੇ। ਡਰ ਲੱਗ ਰਿਹਾ, ਮੁਹੱਲੇ 'ਚ ਅਣਪਛਾਤੇ ਮੁੰਡੇ ਰਿਵਾਲਵਰ ਲੈ ਕੇ ਘੁੰਮ ਰਹੇ ਨੇ। ਇਹਨਾਂ ਨੇ ਇੱਕ ਬੰਦਾ ਵੀ ਫੜਿਆ, ਉਹ ਬੰਦਾ ਛੱਡ ਦਿੱਤਾ ਗਿਆ ਕੱਲ। ਤੇ ਹੁਣ ਮੈਂ ਤਾਂ ਛੋਟਾ ਬ੍ਰਦਰ ਹਾਂ, ਤੇ ਅਸੀਂ ਉਦੋਂ ਘਰ 'ਚ TV ਦੇਖ ਰਹੇ ਸੀ, ਮੈਂ ਆਪਣੀ ਮਦਰ ਦੇ ਨਾਲ। ਤੇ ਜਦੋਂ ਇਹ ਵਾਰਦਾਤ ਹੋਈ, ਮੁਹੱਲੇ ਵਾਲਿਆਂ ਨੇ ਸਾਨੂੰ ਆ ਕੇ ਦੱਸਿਆ, ਉਦੋਂ ਕੁੱਟਮਾਰ ਹੋ ਚੁੱਕੀ ਸੀ। CCTV 'ਚ ਸਭ ਕੁਝ ਰਿਕਾਰਡਡ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਵੀ ਨੋ ਐਕਸ਼ਨ ਇਜ਼ ਟੇਕਨ ਸਟਿਲ ਨਾਓ। ਆਈ ਵੁੱਡ ਰਿਕੁਐਸਟ ਟੂ ਦ CP ਆਫ ਲੁਧਿਆਣਾ ਕਿ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇ ਅਗੇਂਸਟ ਦਾ ਡਿਫਾਲਟਰ। ਜੋ ਵੀ ਮੁੰਡੇ ਗੁੰਡਾਗਰਦੀ ਕਰਦੇ ਆ, ਕਿਰਪਾਨਾਂ ਰੱਖ ਕੇ ਗੱਡੀਆਂ 'ਚ ਘੁੰਮਦੇ ਆ, ਸਮਗਲਰ ਵਗੈਰਾ ਰੱਖੇ ਹੋਏ ਉਹਨਾਂ ਨੇ ਗੱਡੀਆਂ 'ਚ, ਤੇ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ 'ਤੇ FIR ਦਰਜ ਕੀਤੀ ਜਾਵੇ। ਠੀਕ ਹੈ, ਧੰਨਵਾਦ। ਅੱਜ ਤੁਹਾਡੇ ਕੋਲ ਕੀ ਕਹਿਣਾ ਚਾਹੁੰਦੇ? ਡੱਬਾ ਕਲੋਨੀ ਨੂੰ 11 ਤਰੀਕ ਨੂੰ ਇਹ ਜਿਹੜਾ ਕੋਈ ਝਗੜਾ ਹੋਇਆ, ਇਹਦੇ ਬਾਰੇ ਇਹਨਾਂ ਨੇ ਦਰਖਾਸਤ ਦਿੱਤੀ ਹੈ, ਨਾਲ ਮੈਡੀਕਲ ਦਿੱਤਾ, ਜਿਸ ਸੰਬੰਧ 'ਚ ਅੱਜ ਸ਼ਾਮ ਨੂੰ 5 ਵਜੇ ਦਾ ਟਾਈਮ ਦਿੱਤਾ। ਵੈਰੀਫਾਈ ਕਰਕੇ ਜੋ ਵੀ ਕਾਰਵਾਈ ਬਣਦੀ ਉਹ ਅਮਲ 'ਚ ਲਿਆਂਦੀ ਜਾਊਗੀ। CCTV ਫੁਟੇਜ ਵੀ ਆਈ ਹੈ, ਉਹ ਵੀ ਦੇਖ ਕੇ ਚੈੱਕ ਕੀਤਾ ਜਾਊਗਾ ਸਾਰਾ ਕੁਝ, ਜਿਹਦੇ ਖਿਲਾਫ ਜੋ ਕਾਰਵਾਈ ਬਣਦੀ ਉਹ ਕੀਤੀ ਜਾਊਗੀ। ਸਰ ਪਰਿਵਾਰ ਦਾ ਇੱਕ ਆਰੋਪ ਹੈਗਾ ਕਿ ਹਾਲੇ ਤੱਕ ਜਿਹੜਾ ਕਾਬੂ ਨਹੀਂ ਕੀਤਾ ਗਿਆ, ਇਹਦੇ ਤੇ ਤੁਹਾਡਾ ਕੀ ਕਹਿਣਾ? ਅੱਜ ਸ਼ਾਮ ਦਾ ਟਾਈਮ ਦਿੱਤਾ ਹੋਇਆ 5 ਵਜੇ ਦਾ, ਪਾਰਟੀ ਆਏਗੀ। ਕੋਈ ਇਹਨਾਂ ਦੇ ਜਾਣ ਪਛਾਣ ਦੇ ਬੰਦੇ ਆ ਸਾਰੇ, ਕੋਈ ਬਾਹਰੋਂ ਬੰਦਾ ਨਹੀਂ ਹੈਗਾ। ਜੇ ਬਾਹਰੋਂ ਬੰਦਾ ਹੋਵੇ ਫਿਰ ਤਾਂ ਜ਼ਿਆਦਾ ਡਰ ਦੀ ਗੱਲ ਹੁੰਦੀ ਹੈ, ਜਦੋਂ ਸਾਰੇ ਗਲੀ ਦੇ ਜਾਂ ਹੋਰ ਜਾਣ ਪਛਾਣ ਦੇ ਬੰਦੇ ਆ, ਇਸ ਕਰਕੇ ਉਹਨਾਂ ਨੇ ਟਾਈਮ ਲਿਆ। ਅੱਜ ਸ਼ਾਮ ਨੂੰ 5 ਵਜੇ ਆਉਣਗੇ, ਜੋ
ਸਹੀ ਹੋਏਗਾ, ਜੋ ਵੀ ਵੈਰੀਫਾਈ ਕਰਾਂਗੇ ਠੀਕ ਹੋਏਗਾ ਉਹ ਕਰਾਂਗੇ। ਅੰਮ੍ਰਿਤਸਰ ਵਿੱਚ ਦਿਲ ਦਹਿਲਾਉਣ ਵਾਲਾ ਇੱਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਦੇ ਅਧੀਨ ਅਮਰਕੋਟ ਇਲਾਕੇ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਨੂੰ ਸੰਗਲਾਂ ਨਾਲ ਬੰਨ੍ਹ ਕੇ ਉਸ ਦੇ ਹੱਥਾਂ ਤੇ ਅਤੇ ਬਾਹਾਂ ਤੇ ਬਲੇਡ ਦੇ ਨਾਲ ਕਈ ਵਾਰ ਕਰਕੇ ਉਸ ਨੂੰ ਘਰ ਵਿੱਚ ਬੰਦੀ ਬਣਾਇਆ ਗਿਆ। ਇਸ ਸੰਬੰਧ ਵਿੱਚ ਪੱਤਰਕਾਰਾਂ ਨੂੰ ਪੀੜਤ ਔਰਤ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਉਸ ਦੇ ਪਤੀ ਦੇ ਨਾਲ ਦੂਸਰਾ ਵਿਆਹ ਹੋਇਆ ਹੈ ਅਤੇ ਇਹ ਵਿਆਹ ਉਹਨਾਂ ਦੋਨਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਕੀਤਾ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੇ ਪਤੀ ਨਾਲ ਕਿਸੇ ਗੱਲ ਤੋਂ ਅਣਬਣ ਹੋਈ ਸੀ, ਜਿਸ ਕਰਕੇ ਉਹ ਇੱਕ ਦੂਜੇ ਤੋਂ ਵੱਖ ਰਹਿ ਰਹੇ ਸਨ। ਲੇਕਿਨ ਉਸ ਦੇ ਪਤੀ ਵੱਲੋਂ ਧੋਖੇ ਨਾਲ ਬੀਤੇ ਦਿਨ ਉਸ ਨੂੰ ਆਪਣੇ ਘਰ ਬੁਲਾ ਲਿਆ ਗਿਆ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੇ ਪਤੀ ਨਾਲ ਕਿਸੇ ਗੱਲ ਤੋਂ ਅਣਬਣ ਹੋਈ ਸੀ, ਜਿਸ ਕਰਕੇ ਉਹ ਇੱਕ ਦੂਜੇ ਤੋਂ ਵੱਖ ਰਹਿ ਰਹੇ ਸਨ। ਲੇਕਿਨ ਉਸ ਦੇ ਪਤੀ ਵੱਲੋਂ ਧੋਖੇ ਨਾਲ ਬੀਤੇ ਦਿਨ ਉਸ ਨੂੰ ਆਪਣੇ ਘਰ ਬੁਲਾ ਲਿਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਉਸ ਦੇ ਬਾਹਾਂ ਉੱਤੇ ਬਲੇਡ ਨਾਲ ਕਈ ਵਾਰ ਕੀਤੇ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ, ਜਿਸ ਤੋਂ ਬਾਅਦ ਉਸ ਦੇ ਪਤੀ ਵੱਲੋਂ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਘਰ ਤੋਂ ਚਲਾ ਗਿਆ ਅਤੇ ਬਹੁਤ ਹੀ ਮੁਸ਼ਕਿਲ ਨਾਲ ਪੀੜਤ ਔਰਤ ਨੇ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਉਸ ਕਮਰੇ ਵਿੱਚੋਂ ਬਾਹਰ ਕੱਢਿਆ ਅਤੇ ਆਂਢ ਗੁਆਂਢ ਨੂੰ ਦੱਸ ਕੇ ਉਸ ਨੇ ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਹੁਣ ਪੀੜਤ ਔਰਤ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਮੇਰਾ ਨਾਮ ਭਾਰਤੀ ਹੈ। ਪਰ ਜੀ ਕੀ ਮੁਸ਼ਕਲਾਂ ਆਈਆਂ ਤੁਹਾਨੂੰ? ਅਗਰ ਸੰਗਲਾਂ ਨਾਲ ਬੰਨਿਆ ਗਿਆ, ਕਿੰਨੇ ਬੰਨਿਆ ਤੁਹਾਨੂੰ? ਮੁਸ਼ਕਲ ਨਾਲ ਮੇਰੇ ਹਸਬੈਂਡ ਨੇ ਮੈਨੂੰ ਬੰਨਿਆ ਹੋਇਆ ਵਾ। ਮੇਰੇ ਵਿਆਹ ਨੂੰ 6 ਸਾਲ ਹੋ ਗਏ ਹੋਏ ਆ ਤੇ ਇਹਨਾਂ ਨੇ ਮੇਰੇ ਨਾਲ ਧੋਖੇ ਨਾਲ ਵਿਆਹ ਕਰਾਇਆ। ਸਾਡੀ ਹੈਗੀ ਲਵ ਮੈਰਿਜ ਆ, ਠੀਕ ਹੈ। ਮੇਰੀ ਮੰਮੀ ਹੁਣ ਨਹੀਂ ਪਤਾ ਸੀ, ਮੇਰੀ ਮੰਮੀ ਹੱਥ ਭੱਜ ਕੇ ਮੈਂ ਚੋਰੀ ਵਿਆਹ ਕਰਾਇਆ। ਅੱਜ ਤੱਕ ਮੈਨੂੰ ਨਹੀਂ ਵਾੜਦੇ ਹੈਗੇ। ਹਾਂ ਚਲੋ ਹੁਣ ਥੋੜੀ ਜਿਹੀ ਮੈਂ ਘਰੋਂ ਉੱਥੋਂ ਨਿਕਲੀ ਆ ਤੇ ਮੈਨੂੰ ਮੰਮੀ ਹੋਰੀ ਬੁਲਾਉਣ ਲੱਗ ਗਏ ਤੇ 2 ਵਜੇ ਇਹਨਾਂ ਨੇ ਮੈਨੂੰ ਕਮਰਾ ਵੀ ਲੈ ਕੇ ਦਿੱਤਾ। 9 ਮਹੀਨੇ ਹੋ ਗਏ ਮੈਨੂੰ ਅੱਡ ਰਹਿੰਦੀ ਨੂੰ। ਇਹਨਾਂ ਨੇ ਥਾਣੇ ਵਿੱਚ ਮੇਰੇ ਨਾਲ ਲਿਖ ਪੜਤ ਕੀਤੀ ਸੀ, ਮੈਂ ਇਹਨਾਂ ਕੋਈ ਮਾਰ ਕੁਟਾਈ ਕੀਤੀ, ਮੈਂ ਘਰੋਂ ਚੱਲ ਗਈ ਸੀ ਤੇ ਇਹਨਾਂ ਕਹਿੰਦੇ ਚਲ ਠੀਕ ਕੁੜੀ ਤੂੰ ਲੈ ਜਾ ਤੇ ਜਿੱਥੇ ਮਰਜ਼ੀ ਦਾ, ਮੈਨੂੰ ਕੋਈ ਲੈਣ ਦੇਣ ਨਹੀਂ ਗਾ। ਤੇ 9 ਮਹੀਨੇ ਹੋ ਗਏ ਮੈਂ ਕੁੜੀ ਆਪਣੀ ਅੱਡ ਰੱਖਣੀ ਆ ਤੇ ਇਹਨੂੰ 9 ਮਹੀਨੇ ਬਾਅਦ ਮੈਨੂੰ 1 ਹਫ਼ਤਾ ਹੋ ਗਿਆ ਮੈਨੂੰ ਸੱਦਿਆ ਸੀ ਬਹਾਨੇ ਨਾਲ ਕਿ ਕੁੜੀ ਮੈਨੂੰ ਦੇ ਦੇ, ਮੈਂ ਕੁੜੀ ਬਿਨਾਂ ਨਹੀਂ ਰਹਿ ਸਕਦਾ, ਮੈਂ ਕੁੜੀ ਰੱਖਣੀ ਹੈ, ਤੂੰ ਕਿੱਥੇ ਰੱਖੇਂਗੀ ਕੁੜੀ? ਤਾਂ ਮੈਨੂੰ ਸਾਈਨ ਕਰਕੇ ਮੈਂ ਕਿਹਾ ਠੀਕ ਆ। ਤੇ ਇਹਨਾਂ ਨੇ ਵਕੀਲ ਨੂੰ ਸੱਦਿਆ ਸੀ ਤੇ ਕਹਿੰਦੇ ਵਕੀਲ ਨੂੰ ਸੱਦਿਆ ਵਾ ਤੇ ਇਹਨਾਂ ਨੇ ਮੈਨੂੰ ਧੋਖੇ ਨਾਲ ਘਰ ਬੁਲਾ ਕੇ ਤੇ ਇਹਨਾਂ ਨੇ ਮੇਰਾ ਸਾਰਾ ਕੁਝ ਖੋਹ ਲਿਆ, ਜੋ ਮੇਰੇ ਕੋਲ ਪੈਸੇ ਸਾਰਾ ਕੁਝ ਖੋਇਆ ਵਾ। ਤੇ ਅੱਗੋਂ ਕਹਿੰਦੇ ਪਏ ਤੂੰ ਮੈਨੂੰ ਮਾਰ ਕੁਟਾਈ ਉਸ ਦਿਨ ਦੀ ਬਹੁਤ ਕੀਤੀ ਆ। ਤੇ 1 ਹਫ਼ਤਾ ਹੋ ਗਿਆ ਮੈਂ ਆਪਣੇ ਘਰੋਂ ਫੇਰ ਚੱਲ ਗਈ ਸੀ, ਇਹਨਾਂ ਨੇ ਮੈਨੂੰ ਫਿਰ ਮਾਰ ਕੁਟਾਈ ਕੀਤਾ। ਮੈਂ ਹਫ਼ਤਾ ਹੋ ਗਿਆ ਦਰਬਾਰ ਸਾਹਿਬ ਰਹੀ ਆ ਤੇ ਉੱਥੇ ਜਾ ਕੇ ਮੈਂ ਹਾਲੇ ਨਵਾਂ ਕੰਮ ਸ਼ੁਰੂ ਕੀਤਾ ਹਲੇ ਕੱਲ੍ਹ ਦਾ। ਤੇ ਉੱਥੋਂ ਮੈਨੂੰ 3 ਜਣੇ ਨੇ, 2 ਮਾਮੇ ਦੇ ਮੁੰਡੇ ਤੇ ਇੱਕ ਆਪ ਮੇਰੇ ਹਸਬੈਂਡ, ਇਹ ਮੈਨੂੰ ਦੋਨੋਂ ਨੇ ਉੱਥੋਂ ਜ਼ਬਰਦਸਤੀ ਲੈ ਕੇ ਆਏ ਰਿਕਸ਼ੇ 'ਤੇ ਪਾ ਕੇ ਤੇ ਆ ਕੇ ਮੈਨੂੰ ਇਹ ਫਿਰ ਸੰਗਲਾਂ ਨਾਲ ਬੰਨਿਆ ਹੋਇਆ। ਤੁਹਾਡੇ ਘਰ ਵਾਲੇ ਦਾ ਕਹਿਣਾ ਕਿ ਤੁਹਾਨੂੰ ਵਸਾਉਣਾ ਚਾਹੁੰਦਾ ਹੈ? ਸਰ ਨਹੀਂ ਵਸਾਉਣਾ ਚਾਹੁੰਦਾ ਉਹ ਮੈਂ ਸਿਰਫ ਇੱਕੋ ਹੀ ਸਾਜ਼ਿਸ਼ ਆ। ਉਹਨੇ ਮੈਨੂੰ ਧਮਕੀ ਲਾਈ ਆ ਕਿ ਮੈਂ ਨਾ ਤੈਨੂੰ ਐਸਿਡ ਪਾ ਕੇ ਵਾਲ ਕੱਟ ਦੇਣੇ ਤੇਰੇ ਤੇ ਸਾਰੇ ਇੱਦਾਂ ਦਾ ਹੈਗਾ ਆ ਇਹ। ਤੇ ਕਿਸ ਤਰ੍ਹਾਂ ਟੌਰਚਰ ਤੁਹਾਨੂੰ ਕਿਸ ਤਰੀਕੇ ਟੌਰਚਰ ਕਰਦਾ? ਕਿਸ ਤਰੀਕੇ ਮੈਨੂੰ ਮਾਰ ਕੁਟਾਈ ਬੜੀ, ਜਿਹੜੀ ਦੂਜੀ ਵਾਈਫ ਰੱਖੀ ਆ ਇਹਨੇ ਉਹਦੇ ਨਾਲ ਰਹਿੰਦਾ ਹੈਗਾ ਵਾ। ਉਹਨੇ ਰਹਿੰਦਾ ਤੇ ਉਹਨੂੰ ਕਿਹਾ ਮੈਂ ਕਿ ਜਿਵੇਂ ਕਿ ਮੈਂ ਤੇਰੇ ਨਾਲ ਮੈਂ ਰਹਿ ਲਾਂਗੀ ਤੂੰ ਉਹਨੂੰ ਛੱਡ ਦੇ, ਤੇ ਪਰ ਉਹਨੂੰ ਨਹੀਂ ਛੱਡਦਾ। ਕਹਿੰਦਾ ਮੈਂ ਉਹਨੂੰ ਨਹੀਂ ਛੱਡ ਸਕਦਾ, ਕਹਿੰਦਾ ਜੋ ਤੂੰ ਚਾਹਨੀ ਉਹ ਨਹੀਂ ਹੋਣਾ ਹੈਗਾ। ਬਸ ਉਹ ਮੈਨੂੰ ਉਹਨੂੰ ਨਹੀਂ ਛੱਡਦਾ ਪਿਆ ਤੇ ਮੈਂ ਕਹਿੰਦੀ ਜਾਂ ਤਾਂ ਉਹਨੂੰ ਛੱਡ ਦੇ ਜਾਂ ਮੈਨੂੰ ਛੱਡ ਦੇ। ਮੈਨੂੰ ਇਹ ਛੱਡਦਾ ਹੈਗਾ, ਕਹਿੰਦਾ ਮੈਂ ਤੈਨੂੰ ਛੱਡ ਦਾਂਗਾ, ਡਿਵੋਰਸ ਦੇ ਦਾਂਗਾ। ਪਰ ਹਲੇ ਵੀ ਟੌਰਚਰ ਕਰਨਾ ਹਟਦਾ ਨਹੀਂ ਗਾ, ਮਾਰਦਾ ਕੁੱਟਦਾ ਬਹੁਤ ਹੈਗਾ। ਉਹਦੇ ਨਾਲ ਕਿੱਦਾਂ ਦੀ ਇਹਦੀ ਅੰਡਰਸਟੈਂਡਿੰਗ ਹੈ ਦੂਜੀ ਘਰ ਵਾਲੀ ਨਾਲ? ਮੈਂ ਕਿ ਉਹੀ ਸੇਮ ਹੈ ਜਿਵੇਂ ਹਸਬੈਂਡ ਵਾਈਫ ਵਾਲੀ ਹੁੰਦੀ ਹੈ। ਉਹਦੇ ਨਾਲ ਵੀ ਮਾਰ ਕੁਟਾਈ ਕਰਦਾ ਕਿ ਨਹੀਂ? ਨਹੀਂ ਉਹਨਾਂ ਨਹੀਂ, ਉਹਨੂੰ ਪੂਰਾ ਖਰਚਾ ਦਿੰਦਾ ਵਾ, ਪਰ ਮੈਨੂੰ ਪੈਸੇ ਨਾ ਪੈਦਾ ਕੋਈ ਵੀ ਨਹੀਂ। ਤੁਸੀਂ ਕੀ ਮੰਗ ਕਰਦੇ ਹੋ? ਮੈਂ ਬਸ ਭਾਜੀ ਮੈਂ ਡਿਵੋਰਸ ਚਾਹੁੰਦੀ ਹਾਂ ਨਾ, ਤਾਂ ਮੈਨੂੰ ਡਿਵੋਰਸ ਦੇ ਦੇਣ ਬਸ। ਮੈਂ ਇਹਨਾਂ ਤੋਂ ਨਹੀਂ ਰਹਿ ਸਕਦੀ, ਇਹਨਾਂ ਨਾਲ ਮੈਨੂੰ ਚੱਲ ਵਿੱਚ ਮੈਨੂੰ ਨਾਲ ਜ਼ੁਲਮ ਹੁੰਦਾ, ਮੈਂ ਨਹੀਂ ਰਹਿ ਸਕਦੀ। ਪਲੀਜ਼ ਮੇਰੇ ਨਾਲ ਇਹ ਪਤਾ ਲੱਗਿਆ ਸੀ ਉਹ ਲੜਕੇ ਦੀ ਪਹਿਲਾਂ ਵੀ ਮੈਰਿਜ ਹੋਈ ਸੀ ਕਿਹਨਾਂ ਦੀ? ਤੁਹਾਡੇ ਘਰ ਵਾਲੇ ਦੀ? ਹਾਂਜੀ ਇਹਨਾਂ ਦੀ ਹੋਈ ਸੀ। ਇਹਨਾਂ ਨੇ ਮੈਨੂੰ ਧੋਖੇ ਨਾਲ ਵਿਆਹ ਕਰਵਾਇਆ ਵਾ ਤੇ ਇਹਨਾਂ ਨੇ ਮੈਨੂੰ ਦੱਸਿਆ ਨਹੀਂ। ਇਹਨਾਂ ਨੇ ਮੇਰੇ ਤੋਂ ਖਾਲੀ ਪੇਪਰਾਂ ਦੇ ਸਾਈਨ ਲਿੱਤੇ ਸੀ, ਕਹਿੰਦੇ ਇੱਥੇ ਖਾਲੀ ਮੋਹਰਾਂ ਵਗੈਰਾ ਲੱਗਣੀਆਂ ਹੈਗੀਆਂ ਵਾ ਤੇ ਇੱਥੇ ਸਾਈਨ ਚਾਹੀਦੇ। ਮੈਂ ਸਾਈਨ ਲੈ ਕਰਕੇ ਦੇ ਤੇ ਇਹਨਾਂ ਨੇ ਪਤਾ ਨਹੀਂ ਕੀ ਕੁਝ ਟਾਈਪ ਕਰਾਇਆ। ਕਹਿੰਦੇ ਇਹ ਸਾਰਾ ਕੁਝ ਅਸਲੀ ਕਾਗਜ਼ ਤੇ ਉਹ ਜਿਹੜੇ ਕਾਗਜ਼ ਆ ਮੈਂ ਜਿੱਦ ਕੋ ਪੁੱਛਿਆ ਕਹਿੰਦੇ ਉਹ ਨਕਲੀ ਹੈਗੀ ਆ। ਕਹਿੰਦੇ ਸਰਟੀਫਿਕੇਟ ਵੀ ਜਿਹੜੇ ਹੁੰਦੇ ਕਹਿੰਦੇ ਫੋਟੋ ਲੱਗੀਆਂ ਹੁੰਦੀਆਂ ਉੱਤੇ ਕੁਝ, ਪਰ ਐਸਾ ਕੁਝ ਵੀ ਨਹੀਂ ਆ, ਕੋਰਾ ਕਾਗਜ਼ ਹੈਗਾ ਬਸ, ਹੋਰ ਕੁਝ ਵੀ ਨਹੀਂ। ਤੁਹਾਡੇ ਮਾਪਿਓ ਨੇ ਤੁਹਾਡਾ ਸਾਥ ਦੇ ਰਿਹਾ ਇਸ ਗੱਲ ਨਹੀਂ, ਕੁਝ ਵੀ ਕੋਈ ਵੀ ਸਾਥ ਨਹੀਂ ਦੇ ਰਿਹਾ ਮੇਰਾ। ਇਸ ਟਾਈਮ ਮੈਂ ਇਕੱਲੀ ਹੈਗੀ ਆ। ਤੁਸੀਂ ਇਹ ਕਿਹੜੇ ਬਲੇਡ ਮਾਰੇ ਸੀ? ਕਿੰਨੇ ਮਾਰੇ ਆ? ਇਹ ਮੇਰੇ ਹਸਬੈਂਡ ਨੇ ਮਾਰੇ ਆ। ਇਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦਾ, ਕਦੀ ਥਾਪੀਆਂ ਨਾਲ ਮਾਰਦਾ, ਕਦੀ ਕਿਸੇ ਨਾਲ। ਰਾਤੀ ਵੀ ਮੈਨੂੰ ਬੈਲਟਾਂ ਨਾਲ ਕੁੱਟਦਾ ਪਿਆ ਸੀ। ਤੁਹਾਡੀ ਲਵ ਮੈਰਿਜ ਸੀ? ਹਾਂਜੀ ਲਵ ਮੈਰਿਜ ਹੈਗੀ ਸੀ। ਕੀ ਕੰਮ ਕੀ ਕਰਦਾ ਉਹ? ਕੰਮ ਦੇ ਮੋਟਰਸਾਈਕਲਾਂ ਦਾ ਕੰਮ ਹੈਗਾ। ਤੁਸੀਂ ਹੁਣ ਕੀ ਸਰਕਾਰ ਕੋਲ ਕੀ ਮੰਗ ਕਰਦੇ ਹੋ? ਮੈਂ ਸਰਕਾਰ ਕੋਲ ਵੀ ਮੰਗ ਕਰਦੀ ਹਾਂ ਗੁੜੀਆ ਕਹਿੰਦਾ ਤੂੰ ਰੱਖ ਲੈ ਤੇ ਜਾਂ ਤੇ ਖਰਚਾ ਬੰਨੇ, ਜੇ ਨਹੀਂ ਤਾਂ ਕੁੜੀ ਆਪਣੇ ਕੋਲ ਰੱਖ ਲੈ ਤੇ ਮੈਨੂੰ ਮੇਰਾ ਖਰਚਾ ਸਾੜ ਦੇਵੇ। ਸ਼ੀਤਲ ਕੌਰ। ਸ਼ੀਤਲ ਜੀ, ਕਿ ਲੜਕੀ ਤੁਹਾਡੇ ਕੋਲ ਆਈ ਸੀ ਸੰਗਲਾਂ ਨਾਲ ਬੰਨੀ ਹੋਈ, ਕੀ ਕਹਾਣੀ ਕੀ ਇਹਦੀ? ਇਹਦੀ ਕਹਾਣੀ ਸਰ ਇਹੀ ਹੈ ਕਿ ਇਹ ਬੋਲਦੀ ਹੈ ਕਿ ਮੇਰੇ ਹਸਬੈਂਡ ਨੇ ਮੈਨੂੰ ਮਤਲਬ ਟੌਰਚਰ ਬਹੁਤ ਕਰਦੇ ਆ, ਮੈਨੂੰ ਮਾਰਦੇ ਕੁੱਟਦੇ ਨੇ ਤੇ ਮੈਨੂੰ ਮਤਲਬ ਤੁਸੀਂ ਬਚਾ ਲਓ।
ਕਹਿੰਦੀ ਹੈ। ਤੇ ਇਹਦੀ ਸਟੋਰੀ ਦਾ ਤਾਂ ਮੈਨੂੰ ਨਹੀਂ ਕੁਝ ਖਾਸ ਪਤਾ, ਬਸ ਇੰਨਾ ਪਤਾ ਹੈ ਕਿ ਇਹ ਕਹਿੰਦੀ ਹੈ ਕਿ ਮੇਰੇ ਹਸਬੰਡ ਨੇ ਮਤਲਬ ਮੇਰੀ ਨਾਲ ਸੈਕਿੰਡ ਮੈਰਿਜ ਕੀਤੀ ਹੈ ਔਰ ਜਦਕਿ ਇਹਦੀ ਪਹਿਲੀ ਵਾਈਫ ਵੀ ਘਰ ਦੇ ਵਿੱਚ ਹੈ ਤੇ ਦੋਨੋਂ ਰਹਿੰਦੇ ਆ, ਜਿਸ ਵਜ੍ਹਾ ਕਰਕੇ ਮਤਲਬ ਸਾਡੇ ਵਿੱਚ ਅਣਬਣ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਮੈਨੂੰ ਬਹੁਤ ਜ਼ਿਆਦਾ ਮਾਰਦਾ ਕੁੱਟਦਾ, ਮੈਨੂੰ ਟੌਰਚਰ ਕਰਦਾ। ਤੇ ਮੈਡਮ ਤੁਹਾਡੇ ਕੋਲ ਆਈ ਕਿ ਇਹਦੀ ਹਾਲਤ ਹੈਗੀ ਸੀ ਸੰਗਲਾਂ ਨਾਲ ਬੰਨਿਆ ਹੋਇਆ ਸੀ, ਕਿ ਬਲੇਡ ਵੀ ਵੱਜੇ ਸੀ, ਕੀ ਕਰਨਾ ਸੀ? ਹਾਂਜੀ, ਇਹਦੇ ਦੋਨਾਂ ਪੈਰਾਂ 'ਚ ਨਾ ਸੰਗਲ ਬੰਨੇ ਹੋਏ ਸੀਗੇ ਤੇ ਇੱਕ ਸੀੜਦੀ ਹੋਈ ਮਤਲਬ ਸੀੜੀਆਂ ਤੋਂ ਉੱਪਰ ਆ ਰਹੀ ਸੀਗੀ ਤੇ ਇਹਨੂੰ ਅਸੀਂ ਫੜ ਕੇ ਬਿਠਾਇਆ। ਅਸੀਂ ਪੁੱਛਿਆ ਕਿ ਮਤਲਬ ਕੀ ਹੋਇਆ, ਕੀ ਇਹ ਤੇਰੇ ਪੈਰਾਂ 'ਚ ਸੰਗਲ ਕਿੱਥੋਂ? ਤੇ ਕਹਿੰਦੀ ਆ ਕਿ ਮੇਰੇ ਘਰ ਵਾਲੇ ਨੇ ਮੈਨੂੰ ਜ਼ਬਰਦਸਤੀ ਦਰਬਾਰ ਸਾਹਿਬ ਤੋਂ ਘਸੀਟ ਕੇ ਲਿਆਇਆ। ਮੈਂ ਕੰਮ ਕਰਦੀ ਪਈ ਸੀ ਉੱਥੇ ਤੇ ਉੱਥੋਂ ਮੈਨੂੰ ਘਸੀਟਦਾ ਹੋਇਆ ਲੈ ਕੇ ਆਇਆ ਤੇ ਮੈਨੂੰ ਲਿਆ ਕੇ ਇਹਨੇ ਘਰ ਸੰਗਲਾਂ ਨਾਲ ਬੰਨ੍ਹ ਦਿੱਤਾ ਹੈ। ਮੈਡਮ ਸਰਕਾਰਾਂ ਵਾਅਦੇ ਤਾਂ ਬੜੀਆਂ ਕਰਦੀਆਂ ਵਾ, ਬੇਟੀ ਬਚਾਓ ਬੇਟੀ ਪੜ੍ਹਾਓ, ਤੇ ਤੁਸੀਂ ਕੀ ਲੱਗਦਾ ਨਹੀਂ ਹੈ 3-4 ਵਾਰੀ ਪਹਿਲਾਂ ਵੀ ਥਾਣੇ 'ਚ ਜਾ ਕੇ ਦਾ ਰਾਜੀਨਾਮਾ ਹੋ ਚੁੱਕਾ ਹੈ, ਹੁਣ ਦੁਬਾਰਾ ਕਿਹਦੇ ਹਿਸਾਬ ਨਾਲ ਤੁਸੀਂ ਹਾਲਤ ਇਹਦੀ ਦੱਸਦੇ ਪਏ ਤੇ ਸਰਕਾਰਾਂ ਨੂੰ ਕੀ ਅਪੀਲ ਕਰੋਗੇ? ਸਰਕਾਰਾਂ ਨੂੰ ਮੈਂ ਇਹੀ ਅਪੀਲ ਕਰੂੰਗੀ ਕਿ ਅਗਰ ਕੋਈ ਵੀ ਕੇਸ ਤੁਹਾਡੇ ਕੋਲ ਜਾਂਦਾ ਹੈ ਤੇ ਤੁਹਾਨੂੰ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਆ। ਖਾਸ ਕਰਕੇ ਕਿ ਜਦੋਂ ਕੋਈ ਐਦਾਂ ਦੀ ਕੰਡੀਸ਼ਨ 'ਚ ਜਾ ਰਿਹਾ ਵਾ, ਤੁਸੀਂ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਹੋ, ਤੁਸੀਂ ਸਿਰਫ ਉਹਨਾਂ ਨੂੰ ਸਮਝਾ ਬੁਝਾ ਕੇ ਘਰ ਭੇਜ ਦਿੰਦੇ ਹੋ ਤੇ ਘਰ ਜਾ ਕੇ ਫਿਰ ਦੁਬਾਰਾ ਤੋਂ ਟੌਰਚਰ ਹੁੰਦੀਆਂ ਵਾ। ਹੁਣ ਤੁਸੀਂ ਇਹ ਪੁਲਿਸ ਆਈ ਸੀ ਮੌਕੇ ਤੇ, ਪੁਲਿਸ ਨੇ ਕੀ ਇਹਦੇ ਘਰ ਵਾਲੇ ਨੂੰ ਅਰੈਸਟ ਕਰ ਲਿਆ ਜੀ? ਹਾਂਜੀ, ਪੁਲਿਸ ਲੈ ਗਈ ਉਹਦੇ ਹਸਬੰਡ ਨੂੰ। ਠੀਕ ਹੈ। ਤੁਹਾਨੂੰ ਕੋਲ ਆਈ ਸੀ, ਲੜਕੀ ਨੂੰ ਸੰਗਲਾਂ ਨਾਲ ਬੰਨਿਆ ਗਿਆ ਸੀ, ਕੀ ਕਹਾਣੀ ਕੀ ਹੈਗੀ ਸਰ? ਲੜਕੀ ਦੇ ਹਸਬੈਂਡ ਦੇ ਨਾਲ ਕੋਈ ਆਪਸ ਵਿੱਚ ਝਗੜਾ ਹੋਇਆ ਸੀਗਾ ਤਾਂ ਉਹਨੂੰ ਘਰੇ ਬੰਦਕ ਬਣਾ ਕੇ ਚਲਾ ਗਿਆ ਸੀਗਾ। ਨਾਲ ਉਹਨੂੰ ਬੰਦਕ ਤੋਂ ਉਹਦੇ ਸੰਗਲ ਵਗੈਰਾ ਖਵਾ ਦਿੱਤੇ ਨੇ। ਹੁਣ ਉਹਦੇ ਖਿਲਾਫ ਮੈਂ ਕੇਸ ਰਜਿਸਟਰ ਕਰਨ ਲੱਗਾ, ਉਹਦੀ ਸਟੇਟਮੈਂਟ ਲੈ ਰਹੇ ਹਾਂ। ਸਟੇਟਮੈਂਟ ਲੈ ਕੇ ਕੇਸ ਰਜਿਸਟਰ ਕਰੂੰਗਾ ਮੈਂ ਉਹਦੇ ਖਿਲਾਫ। ਸਰ ਲੜਕੀ ਦੀ ਉਮਰ ਛੋਟੀ ਦੱਸੀ ਜਾ ਰਹੀ ਹੈ ਤੇ ਘਰ ਵਾਲੇ ਦੇ 2 ਵਿਆਹ ਦੱਸੇ ਜਾ ਰਹੇ ਆ, ਇੱਕੋ ਘਰ ਦੇ ਵਿੱਚ ਕਿਰਾਏ ਦੇ ਰੱਖੀਆਂ ਹੋਈਆਂ ਸੀ ਦੋਨੇ ਵਾਈਫ। ਹਾਂ, ਉਹਨਾਂ ਦਾ ਡਿਵੋਰਸ ਹੋਇਆ ਸੀਗਾ, ਉਹਨੇ ਦੂਸਰਾ ਵਿਆਹ ਕਰਾਇਆ ਹੋਇਆ। ਤੇ ਸਰ ਤਲਾਕ ਕਰਾ ਕੇ ਵੀ ਆਪਣੇ ਘਰ ਦੇ ਵਿੱਚ ਦੋਨੇ ਵਾਈਫ ਇਕੱਠੀਆਂ ਰੱਖਣਾ ਕੀ ਲਊਗਾ? ਉਹ ਮੈਂ ਇਨਵੈਸਟੀਗੇਸ਼ਨ ਕਰ ਲਾਂਗਾ ਕਿ ਕੀ ਮੈਟਰ ਹੈਗਾ। ਮੈਂ ਕੇਸ ਰਜਿਸਟਰ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਦੀ ਰਿਪੋਰਟ, ਗਲੋਬਲ ਹੈਡਲਾਈਨ ਨਿਊਜ਼। 14ਵੇਂ ਦਿਨ ਵੀ ਬਠਿੰਡਾ ਦਾ ਚੱਕਾ ਜਾਮ ਰਿਹਾ। ਇਸ ਮੌਕੇ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਨੇ ਮੋਦੀ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਸੱਤਾ ਦੇ ਵਿੱਚ ਆਈ ਹੈ, ਲੋਕਾਂ ਦੇ ਖਿਲਾਫ ਲਗਾਤਾਰ ਫੈਸਲੇ ਕੀਤੇ ਜਾ ਰਹੇ ਹਨ। ਇਹਨਾਂ ਦੇ ਫੈਸਲੇ ਕਰਕੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਲਗਾਤਾਰ ਕਾਰਪੋਰੇਟ ਘਰਾਣੇ ਦੇ ਹੱਕ ਵਿੱਚ ਫੈਸਲੇ ਕੀਤੇ ਜਾ ਰਹੇ ਨੇ ਅਤੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਵਾਲਾ ਫੈਸਲਾ ਸਿੱਧ ਸਾਬਿਤ ਹੋਵੇਗਾ। ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਧਰਨੇ ਲਗਾਤਾਰ ਜਾਰੀ ਰੱਖੇ ਜਾਣਗੇ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਨੇ ਦੱਸਿਆ, ਕਿਸਾਨ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਉਸ ਗੱਲਬਾਤ ਦੀ ਖਾਤਰ ਕਿਸਾਨ ਆਗੂ ਦਿੱਲੀ ਵਿੱਚ ਗਏ ਹਨ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। 5 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਪੈਸ਼ਲ ਸੈਸ਼ਨ ਸੱਦ ਕੇ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਪੰਜਾਬ ਸਰਕਾਰ ਨੇ ਇਸ ਵੱਲ ਜੇ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਹਰਜਿੰਦਰ ਸਿੰਘ ਹੈ, ਮੈਂ ਜ਼ਿਲ੍ਹੇ ਦਾ ਜਨ ਸੈਕਟਰੀ ਹਾਂ ਭਾਰਤੀ ਕਿਸਾਨ ਨੇਤਾ ਉਗਰਾਹਾਂ ਦਾ। ਅੱਜ ਜਿਹੜਾ ਕਿ ਮੋਦੀ ਸਰਕਾਰ ਵੱਲੋਂ ਇੱਕ ਆਪਣੇ ਸੱਦਾ ਪੱਤਰ ਆਇਆ ਸੀ, ਆਪਣੇ ਕਿਸਾਨ ਵੀਰ ਗਏ ਸੀ ਪਰ ਉਹ ਬੇਸਿੱਟਾ ਨਿਕਲਿਆ, ਕੀ ਕਹਿਣਾ ਚਾਹੋਗੇ ਸਰ? ਦੇਖੋ, ਸਾਨੂੰ ਕੋਈ ਭੁਲੇਖਾ ਨਹੀਂ, ਅਸੀਂ ਇਹ ਨਹੀਂ ਬਣਨਾ ਚਾਹੁੰਦੇ, ਹੰਕਾਰੀ ਕਿਸਮ ਦੇ ਬੰਦੇ ਆ, ਇਹ ਗੱਲ ਨਹੀਂ ਸੁਣਦੇ ਹੈਗੇ। ਅਸੀਂ ਇਹ ਗੱਲ ਛੱਡਣ ਵਾਸਤੇ ਗਏ ਆ ਵੀ ਅਸੀਂ ਗੱਲਬਾਤ ਸੁਣ ਸਕਦੇ ਆ, ਪਰ ਸਿੱਟੇ ਕੀ ਨਿਕਲਣਗੇ ਇਹਦਾ ਸਾਨੂੰ ਪਹਿਲਾਂ ਪਤਾ ਸੀ। ਜਿੰਨਾ ਹੰਕਾਰੀ ਕਿਸਮ ਦਾ ਬੰਦਾ ਹੈ ਉਹ, ਜਿੰਨਾ ਉਹਦੇ 'ਚ ਹੰਕਾਰ ਭਰਿਆ ਹੋਇਆ ਮੋਦੀ ਦੇ ਵਿੱਚ, ਨਾ ਹੈਂਕੜਬਾਜ਼ ਹੈ, ਜਿਵੇਂ ਉਹਨੂੰ ਲੱਗਦਾ ਕਸ਼ਮੀਰ ਸਿੱਟ ਲਿਆ ਮੈਂ ਪੰਜਾਬ ਦੇ ਲੋਕ ਕੀ ਹੈ, ਉਹਨੇ ਪੰਜਾਬ ਦੇ ਲੋਕਾਂ ਦੇ ਸਿਰ ਝੰਡੀ ਛਿੱਟੀ ਹੋਈ ਹੈ, ਪੰਜਾਬ ਦੇ ਲੋਕਾਂ ਨੇ ਉਹਦੀ ਝੰਡੀ ਫੜੀ ਹੈ ਤੇ ਉਹਦੀ ਮਿਆਂਕੜੀ ਕਢਾ ਦਿਆਂਗੇ, ਜੀਭ ਕਢਾ ਦਿਆਂਗੇ। ਉਹ ਆਰਡੀਨੈਂਸ ਲਾਗੂ ਕਰਨ ਨੂੰ ਕਹਿੰਦਾ ਹੈ, ਉਹਦੇ ਜਿੰਨੇ ਟੋਲ ਪਲਾਜ਼ੇ ਹੈ, ਉਹਦੇ ਜਿੰਨੇ ਮੌਲ ਹੈ ਕੰਪਨੀਆਂ ਦੇ, ਉਹਨਾਂ ਜਿੰਨੇ ਸੈਲੋ ਗੋਦਾਮ ਹੈ, ਉਹਨਾਂ ਦੇ ਜਿੰਨੇ ਭਾਜਪਾ ਦੇ ਘਰਾਂ ਦੇ ਮੰਤਰੀ ਵਗੈਰਾ ਹੈਗੇ, ਜ਼ਿਲ੍ਹਾ ਪ੍ਰਧਾਨ ਹੈ, ਜਿਵੇਂ ਭੁੱਚੋ ਦੇ ਵਿੱਚ ਹੈ, ਰਾਮਪੁਰੇ ਦੇ ਵਿੱਚ ਹੈ, ਅੱਡੋ ਅੱਡੀ ਥਾਵਾਂ ਦੇ ਉੱਤੇ ਅਸੀਂ ਕੱਲ 3 ਥਾਵਾਂ ਤੋਂ ਰੇਲਵੇ ਟਰੈਕਾਂ ਤੋਂ ਧਰਨੇ ਚੱਕ ਕੇ ਅੱਜ ਉਧਰ ਨੂੰ ਵਧਾਏ ਆ। ਪਹਿਲਾਂ ਸਾਡੇ ਧਰਨੇ 38 ਥਾਵਾਂ ਤੇ ਸੀ, ਅੱਜ ਅਸੀਂ 55 ਥਾਵਾਂ ਤੇ ਬੈਠੇ ਹਾਂ। ਸਾਡੀ ਗਿਣਤੀ ਨਹੀਂ ਘਟੀ, ਗਿਣਤੀ ਵੱਧ ਰਹੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਸਾਡੇ ਮੌਤ ਦੇ ਵਾਰੰਟ ਹੈ। ਇਹਨਾਂ ਵਾਰੰਟਾਂ ਨੂੰ ਜੇ ਰੱਦ ਕਰਾਉਣਾ ਫਿਰ ਸੱਚੀ ਸਾਨੂੰ ਕੁਛ ਨਾ ਕੁਛ ਦੇਣਾ ਪਊਗਾ ਇਹਦੇ ਬਦਲੇ 'ਚ, ਇਹ ਸਾਨੂੰ ਭਲੀ ਭਾਂਤ ਪਤਾ ਹੈ।
ਜਿਹੜਾ ਹੁਣ ਇਹ ਧਰਨਾ ਪ੍ਰਦਰਸ਼ਨ ਹੈ, ਕਿਤੇ ਨਾ ਕਿਤੇ ਗੱਲ ਕੀਤੀ ਗਈ ਸੀ ਵੀ ਜਿਹੜੀ 15 ਤਰੀਕ ਹੈ, 15 ਤਰੀਕ ਤੋਂ ਬਾਅਦ ਜੇਕਰ ਕੈਪਟਨ ਸਾਹਿਬ ਨੂੰ ਸਪੈਸ਼ਲ ਇਜਲਾਸ ਸੱਦਣ ਲਈ ਕਿਹਾ ਗਿਆ ਸੀ, ਜੇਕਰ ਉਹ 15 ਤਰੀਕ ਤੋਂ ਬਾਅਦ ਨਹੀਂ ਸਾਦੇ ਤਾਂ ਇਹ ਧਰਨਾ ਪ੍ਰਦਰਸ਼ਨ ਜਿਹੜਾ ਕੀ ਹੈ ਕਾਂਗਰਸੀਆਂ ਦੇ ਘਰਾਂ ਵੱਲ ਵੀ ਜਾ ਸਕਦਾ ਹੈ। ਅੱਗੇ ਦੀ ਰਣਨੀਤੀ ਕੀ ਹੈ? ਦੇਖੋ, ਸਾਨੂੰ ਕਾਲੀਆਂ ਬਾਰੇ, ਸਾਨੂੰ ਕਾਂਗਰਸੀਆਂ ਬਾਰੇ, ਸਾਨੂੰ ਬੀਜੇਪੀ ਬਾਰੇ, ਸਾਨੂੰ ਖੱਬਿਆਂ ਸੱਜਿਆਂ ਬਾਰੇ ਇਸ ਬਾਰੇ ਕੋਈ ਭੁਲੇਖਾ ਨਹੀਂ, ਪਰ ਅਸੀਂ ਲੋਕਾਂ ਦਾ ਭੁਲੇਖਾ ਕੱਢਣ ਵਾਸਤੇ ਲੱਗੇ ਹੋਏ ਹਾਂ। ਕਿਸੇ ਨੂੰ ਇਹ ਨਾ ਭੁਲੇਖਾ ਰਹਿ ਜੇ ਵੀ ਕਿਸਾਨਾਂ ਦੇ, ਮਜ਼ਦੂਰਾਂ ਦੇ, ਮੁਲਾਜ਼ਮਾਂ ਦੇ, ਵਿਦਿਆਰਥੀਆਂ ਦੇ ਪੱਖ ਦੇ ਵਿੱਚ ਕੋਈ ਸਿਆਸੀ ਪਾਰਟੀ ਵਾਲਾ ਖੜਦਾ ਹੁੰਦਾ। ਨਾ ਸਾਨੂੰ ਅੱਜ ਸ਼ੱਕ ਹੈ, ਨਾ ਸਾਨੂੰ ਕੱਲ ਨੂੰ ਕੋਈ ਭੁਲੇਖਾ ਰਹੇ। ਅਸੀਂ ਤਾਂ ਭੁਲੇਖੇ ਕੱਢਦੇ ਇਸ ਜਗ੍ਹਾ ਦੇ ਉੱਤੇ ਜਾਵਾਂਗੇ ਇੱਕ ਦਿਨ। ਇੱਥੇ ਬੀਜੇਪੀ ਨੂੰ ਪੰਜਾਬ ਦੀ ਧਰਤੀ ਤੇ ਪੈਰ ਰੱਖਣ ਦੀ ਖਾਤਰ ਪਹਿਲਾਂ ਜਿਵੇਂ ਬਾਦਲ ਬੈਠ ਕੇ ਬਾਦਲ ਵਾਲਾ ਮੋਰਚਾ ਖੇੜਿਆ, ਬਾਦਲ ਦਾ ਪਰਿਵਾਰ ਖੇੜਿਆ, ਉਹਦੇ ਨਾਲੋਂ ਬੀਜੇਪੀ ਨਖੇੜੀ ਹੈ। ਅਸੀਂ ਪਟਿਆਲੇ ਦੀ ਧਰਤੀ ਤੇ ਗਏ ਆ, ਪੰਜਾਬ ਸਰਕਾਰ ਨੂੰ ਬੋਲਣ ਲਾਇਆ। ਬੀਜੇਪੀ ਦੀ ਜਿਹੜੀ ਪਾਰਟੀ ਹੈ ਪੰਜਾਬ ਦੀ, ਉਹਦੇ ਆਗੂ ਇੱਥੇ ਭਾਲੇ ਨਹੀਂ ਸਿਆਉਣੇ। ਇਹ ਹਾਲਤ ਪੈਦਾ ਕਰ ਦਿਆਂਗੇ ਆਉਣ ਵਾਲੇ ਦਿਨਾਂ 'ਚ। ਕੀ ਲੱਗਦਾ ਬਾਈ ਜੀ, ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਹੋਣਗੇ? ਧਰਨੇ ਪ੍ਰਦਰਸ਼ਨ ਇਸ ਤੋਂ ਤਿੱਖੇ ਹੋਣਗੇ ਜੀ। ਸਾਡੀ ਰੋਟੀ ਨੂੰ ਹੱਥ ਪਾਇਆ, ਸਾਡੇ ਚੁੱਲ੍ਹਿਆਂ ਤੱਕ ਪਹੁੰਚ ਗਏ ਨੇ ਇਹ। ਹਰ ਇੱਕ ਜਵਾਨ, ਹਰ ਇੱਕ ਕਿਸਾਨ, ਮਜ਼ਦੂਰ, ਕਿਸੇ ਵੀ ਕਿਸਮ ਦੇ ਜਿਹੜੇ ਇੱਥੇ ਚੱਲ ਰਿਹਾ ਜਿਹੜਾ ਵਪਾਰ, ਉਹ ਹਰ ਇੱਕ ਚੀਜ਼ ਕਿਸਾਨੀ ਨਾਲ ਸੰਬੰਧਿਤ ਹੈ। ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਹੁਣ ਅੱਜ ਜਿਹੜਾ ਕਿਸੇ ਮੋਦੀ ਵੱਲੋਂ ਤੁਹਾਡਾ ਜਿਹੜਾ ਕਿ ਉਹਨੇ ਸੱਦਾ ਭੇਜਿਆ ਸੀ, ਸੱਦਾ ਭੇਜਣ ਤੋਂ ਬਾਅਦ ਜਿਹੜੇ ਕਿਸਾਨ ਵੀਰ ਨੇ ਉਹ ਵਾਪਸ ਆ ਗਏ ਉੱਥੋਂ, ਉਹਨਾਂ ਦਾ ਉਹ ਆਪਸੀ ਗੱਲਬਾਤ ਜਿਹੜੀ ਸੀ ਉਹ ਸਹੀ ਨਹੀਂ ਹੋ ਪਾਈ। ਕੀ ਕਹਿਣਾ? ਇਹ ਤਾਂ ਪਹਿਲਾਂ ਹੀ ਜੀ ਸਾਨੂੰ ਪਤਾ ਸੀ ਇਸ ਗੱਲ ਦਾ ਕਿ ਇਸ ਗੱਲ ਦਾ ਕੋਈ ਸਿੱਟਾ ਨਹੀਂ ਨਿਕਲਣਾ, ਕਿਉਂਕਿ ਪਹਿਲਾਂ ਵੀ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਬੁਲਾਇਆ ਸੀ ਉੱਥੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਪਰ ਉਹ ਸਾਨੂੰ ਸਮਝਾਉਣਾ ਚਾਹੁੰਦੇ ਆ। ਉਹ ਇਸ ਦੇ ਸਬੰਧ ਦੇ ਵਿੱਚ ਕੋਈ ਸੈਟਲਮੈਂਟ ਨਹੀਂ ਕਰਨੀ ਚਾਹੁੰਦੇ। ਉਹ ਸਿਰਫ ਇੱਕ ਸਾਨੂੰ ਸਮਝਾ ਕੇ ਇਹਨਾਂ ਵਰਗਲਾਉਣਾ ਚਾਹੁੰਦੇ ਆ ਕਿਸਾਨਾਂ ਨੂੰ। ਉਹਨਾਂ ਦੇ ਜਿਹੜੇ ਬੀਜੇਪੀ ਦੇ ਲੀਡਰ ਹੈ, ਪੁਰੀ ਵਰਗੇ ਜਾਂ ਹੋਰ ਕਈ ਲੀਡਰ ਆ, ਉਹ ਵੀ ਤੁਸੀਂ ਦੇਖਿਆ ਹੋਊਗਾ ਪ੍ਰੈਸ ਕਾਨਫਰੰਸਾਂ ਕਰੀ ਜਾਂਦੇ ਆ, ਚੰਡੀਗੜ੍ਹ ਦੇ ਵਿੱਚ ਬੈਠੇ ਸੀ ਕਮਰਿਆਂ ਦੇ ਵਿੱਚ, ਲੋਕਾਂ ਨੂੰ ਸਮਝਾ ਰਹੇ ਆ। ਸਾਨੂੰ ਇੱਕ ਇੱਕ ਗੱਲ ਪਤਾ ਹੈ, ਹਰ ਇੱਕ ਕਿਸਾਨ ਜਾਗਰੂਕ ਹੋ ਚੁੱਕਿਆ ਹੈ। ਸਾਨੂੰ ਪਤਾ ਹੈ ਸਾਡੇ ਮੌਤ ਦੇ ਵਾਰੰਟ ਹੈ। ਜੇ ਅਸੀਂ ਹਜੇ ਵੀ ਨਾ ਉੱਠ ਖੜੇ ਹੋਏ ਤਾਂ ਸਾਡਾ ਇੱਥੇ ਨਾਮੋ ਨਿਸ਼ਾਨ ਨਹੀਂ ਰਹਿਣਾ। ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ? ਅਸੀਂ ਹਰ ਇੱਕ ਬੀਜੇਪੀ ਦਾ ਜਿਹੜਾ ਇੱਥੋਂ ਦਾ ਜੀ ਲੀਡਰ ਹੈ ਉਹਦਾ ਘਰ ਘੇਰਾਂਗੇ। ਇੱਦਾਂ ਦੇ ਜਿਹੜੇ ਪੂੰਜੀਪਤੀਆਂ ਦੇ ਵੱਡੇ ਮਾਲ ਹੈ, ਕਾਰਖਾਨੇ ਹੈ, ਉਹ ਘੇਰਾਂਗੇ। ਤੇ ਜਿਵੇਂ ਸਾਡੀ ਜਥੇਬੰਦੀ ਦੇ ਆਦੇਸ਼ ਹੋਣਗੇ, ਉੱਪਰਲੇ ਜਥੇਬੰਦੀ ਵੱਲੋਂ ਆਰਡਰਸ ਆਉਣਗੇ, ਅਸੀਂ ਉਹਨਾਂ ਦੇ ਫੁੱਲ ਚੜਾਵਾਂਗੇ ਜੀ। ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਕੀ ਨਾਮ ਹੈ ਬੇਟਾ ਤੁਹਾਡਾ? ਮੇਰਾ ਨਾਮ ਸੁਖਪ੍ਰੀਤ ਕੌਰ ਹੈ। ਮੈਂ ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ ਰੰਧਾਵਾ ਦੀ ਆਗੂ ਹਾਂ। ਅੱਜ ਧਰਨਾ ਪ੍ਰਦਰਸ਼ਨ ਵਿੱਚ ਆਏ ਹੋ, ਕੀ ਕਹਿਣਾ ਤੁਹਾਡਾ? ਮੇਰਾ ਇਸ ਧਰਨੇ ਦੇ ਵਿੱਚ ਸ਼ਾਮਲ ਹੋਈ ਹਾਂ। ਮੈਨੂੰ ਅੱਜ 6 ਤਰੀਕ ਤੋਂ ਮੈਂ ਲਗਾਤਾਰ ਇਸ ਧਰਨੇ ਵਿੱਚ ਸ਼ਾਮਲ ਹੋ ਰਹੀ ਹਾਂ। ਮੈਂ ਕਿਸਾਨ ਆਰਡੀਨੈਂਸ ਨੇ ਜੋ ਉਹਨਾਂ ਦੇ ਖਿਲਾਫ ਤੁਹਾਨੂੰ ਆਪਣੇ ਵਿਚਾਰ ਪੇਸ਼ ਕਰੂੰਗੀ ਕਿ ਜੇ ਇਹ ਆਰਡੀਨੈਂਸ ਨੇ ਇਹ ਕਿਸਾਨ ਦੇ ਲਈ ਤਾਂ ਵਿਰੋਧੀ ਹੈ ਹੀ ਨੇ, ਪਰੰਤੂ ਇਹਨਾਂ ਦੇ ਨਾਲ ਤਾਂ ਤੁਸੀਂ ਦੇਖਿਆ ਜਾਵੇ ਤਾਂ ਹਰੇਕ ਤਬਕੇ ਦਾ ਨੁਕਸਾਨ ਹੋਣਾ। ਕਿਸਾਨ ਦਾ ਨੁਕਸਾਨ ਤਾਂ ਹੈ ਹੀ ਹੈ, ਨਾਲ ਮਜ਼ਦੂਰ ਨੇ, ਪੱਲੇਦਾਰ ਨੇ, ਆੜ੍ਹਤੀਏ ਨੇ, ਉਹਨਾਂ ਦਾ ਨੁਕਸਾਨ ਇਸ ਦੇ ਆਰਡੀਨੈਂਸਾਂ ਦੇ ਨਾਲ ਹੋ ਗਈ। ਤੇ ਜਿਹੜੇ ਖਾਸ ਕਰ ਨੌਜਵਾਨ ਨੇ ਜੋ ਪੜ੍ਹ ਰਹੇ ਨੇ, ਉਹਨਾਂ ਦੀ ਪੜ੍ਹਾਈ ਹੈ ਜਿਹੜੀ, ਉਹਨਾਂ ਦਾ ਨੁਕਸਾਨ ਤਾਂ ਹੋਣੀ ਹੈ, ਕਿਉਂਕਿ ਜਿਹੜੀ ਇੱਕ ਸਟੂਡੈਂਟ ਆ ਉਹ ਆਪਣੀ ਪੜ੍ਹਾਈ ਦਾ ਖਰਚਾ ਜਿਹੜਾ ਉਹਨਾਂ ਦੇ ਪੇਰੈਂਟਸ ਨੇ, ਉਹ ਇੱਕ ਕਿਸਾਨਾਂ ਕੋਲ, ਜੱਟਾਂ ਕੋਲ ਇੱਕ ਜ਼ਮੀਨ ਹੈ ਜਿਨ੍ਹਾਂ ਦੇ ਵਿੱਚ ਉਹ ਆਪਣੀ ਜਿਹੜੀ ਮਤਲਬ ਕਿ ਬੱਚਿਆਂ ਦੀ ਫੀਸ ਆ ਜਾਂ ਟਿਊਸ਼ਨ ਫੀਸ ਆ, ਕਿਸੇ ਵੀ ਤਰ੍ਹਾਂ ਦੀ ਫੀਸ ਆ, ਉਹ 6 ਮਹੀਨਿਆਂ ਦੀ ਫਸਲ ਵਿੱਚ ਉਹ ਹੀ ਪੂਰੇ ਕਰਦੇ ਨੇ। ਕੀ ਲੱਗਦਾ ਬੇਟਾ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ, ਹੁਣ ਜਿਹੜਾ ਅੱਜ ਵੀ ਇੱਕ ਸੱਦਾ ਪੱਤਰ ਦਿੱਤਾ ਸੀ ਸਰਕਾਰਾਂ ਵੱਲੋਂ, ਅੱਜ ਰੱਦ ਕਰ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਸੀ ਉਹ ਬੇਸਿੱਟਾ ਨਜ਼ਰ ਆਈ ਹੈ। ਕੀ ਲੱਗਦਾ ਅੱਗੇ ਇਹ ਜਿਹੜਾ ਬਿੱਲ ਹੈ ਉਹ ਕਿਸ ਤਰ੍ਹਾਂ ਰੱਦ ਕਰਾਇਆ ਜਾਏਗਾ? ਇਹ ਬਿੱਲ ਦੇਖੋ ਜੀ ਸੰਘਰਸ਼ਾਂ ਦੇ ਰਾਹੀਂ ਰੱਦ ਕਰਵਾਇਆ ਜਾਂਦਾ। ਜੇਕਰ ਆਪਾਂ ਇਹਨਾਂ ਸੰਘਰਸ਼ਾਂ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਵਾਂਗੇ, ਇਹਨਾਂ ਇਕੱਠਾਂ ਦੇ ਵਿੱਚ ਸ਼ਾਮਲ ਹੋਵਾਂਗੇ, ਆਪਣੇ ਵਿਚਾਰ ਹੈ ਜਿਹੜੇ ਖਾਸ ਕਰ ਔਰਤਾਂ ਤੱਕ ਲੈ ਕੇ ਜਾਵਾਂਗੇ, ਤਾਂ ਤੁਹਾਨੂੰ ਪਤਾ ਹੀ ਹੈ ਕਿ ਔਰਤਾਂ ਬਾਰੇ ਮੈਂ ਤੁਹਾਨੂੰ ਦੱਸਿਆ, ਹੁਣ ਸਪੀਚ ਦੇ ਕੇ ਆਈ ਹਾਂ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਕਿਹਾ ਜਾਂਦਾ ਕਿ ਇੱਕ ਸਾਡੀ ਔਰਤਾਂ ਜੋ ਪੈਰ ਦੀ ਜੁੱਤੀ ਨੇ ਜਾਂ ਉਹਨਾਂ ਨੂੰ ਘਰ ਦੇ ਵਿੱਚ ਅੰਦਰ ਕੈਦ ਕਰਕੇ ਰੱਖਿਆ ਜਾਂਦਾ, ਪਰੰਤੂ ਨਹੀਂ। ਤੁਸੀਂ ਦੇਖ ਰਹੇ ਹੋ ਕਿ ਜਿਹੜੀ ਔਰਤਾਂ ਨੇ ਇਹਨਾਂ ਸੰਘਰਸ਼ਾਂ ਦੇ ਵਿੱਚ ਡੇਲੀ ਵੱਧ ਤੋਂ ਵੱਧ ਇਕੱਠਾ ਕਰ ਰਹੀਆਂ ਨੇ, ਇਹਨਾਂ ਧਰਨੇ ਵਿੱਚ ਸ਼ਾਮਲ ਹੋ ਰਹੀਆਂ ਨੇ। ਮੈਂ ਤਾਂ ਇਹੀ ਕਹੂੰਗੀ ਕਿ ਜਿਹੜੇ ਬਿੱਲ ਆ ਜੇ ਮੋਦੀ ਸਰਕਾਰ ਲੈ ਕੇ ਆਈ ਹੈ, ਇਹ ਹਮੇਸ਼ਾ ਅਸੀਂ ਰੱਦ ਕਰਵਾ ਕੇ ਰਵਾਂਗੇ ਤੇ ਇਹਨਾਂ ਰੱਦ ਕਰਵਾਉਣ ਲਈ ਅਸੀਂ ਆਪਣੀ ਜਿੰਦ ਜਾਨ, ਆਪਣੀ ਜਾਨ ਤੱਕ ਵੀ ਦੇ ਸਕਦੇ ਹਾਂ। ਅਵਤਾਰ ਸਿੰਘ ਕੈਦ ਦੀ ਰਿਪੋਰਟ, ਗਲੋਬਲ ਹੈਡਲਾਈਨ ਨਿਊਜ਼। ਥਾਣਾ ਬਲਟੋਹਾ ਦੀ ਪੁਲਿਸ ਨੇ ਮੋਟਰਸਾਈਕਲ ਤੇ ਸਵਾਰ 2 ਵਿਅਕਤੀਆਂ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਹਿਚਾਣ ਗੁਰਸੇਵਕ ਸਿੰਘ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਬਲਟੋਹਾ ਦੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਪਿੰਡ ਆਸਲ ਉਤਾੜ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਪਿੰਡ ਵਿੱਚੋਂ ਨਿਕਲ ਰਹੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਹਨਾਂ ਪਾਸੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਫੜੇ ਗਏ ਦੋਸ਼ੀਆਂ ਖਿਲਾਫ ਥਾਣਾ ਬਲਟੋਹਾ ਵਿਖੇ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਾਡੇ SHO ਵਲਟੋਹਾ ਸਾਹਿਬ ਨੇ ਇੱਕ ਨਾਕਾ ਲਵਾਇਆ ਸੀਗਾ। ਇੱਕ ਸਾਡੇ ਕੋਲ ਸਪੈਸੀਫਿਕ ਇਨਪੁਟ ਸੀਗੀ ਕਿ ਕੋਈ ਡਰੱਗ ਕੰਸਾਈਨਮੈਂਟ ਆਉਣ ਵਾਲਾ ਹੈਗਾ। ਇਹਨਾਂ ਨੇ ਕੱਲ ਕੇਚੀ ਮੋੜ ਆਂਸਲ ਉਤਾੜ ਉੱਥੇ ਨਾਕਾ ਲਾਇਆ ਸੀਗਾ ਤੇ ਜਦੋਂ ਉਹਨਾਂ ਨੇ ਦੋ ਬੰਦੇ ਸੀਗੇ, ਇੱਕ ਗੁਰਸੇਵਕ ਸਿੰਘ ਔਰ ਗੁਰਪ੍ਰੀਤ ਸਿੰਘ ਨਾਂ ਦੇ ਦੋ ਬੰਦੇ ਸੀਗੇ। ਗੁਰਸੇਵਕ ਸਿੰਘ ਹੈਗਾ ਖੇਮਕਰਨ ਦਾ ਰਹਿਣ ਵਾਲਾ, ਗੁਰਪ੍ਰੀਤ ਹੈਗਾ ਕਲੰਜਰ ਵਲਟੋਹਾ ਦਾ ਰਹਿਣ ਵਾਲਾ। ਜਦੋਂ ਨਾਕੇ ਦੇ ਉੱਪਰ ਇਹਨਾਂ ਨੂੰ ਰੋਕਿਆ, ਇਹਨਾਂ ਨੂੰ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਸ਼ੱਕੀ ਟਾਈਪ ਦੀ ਗੱਲਬਾਤ ਕੀਤੀ। ਤਾਂ ਇਹਨੂੰ ਜਦੋਂ ਸ਼ੱਕ ਹੋਇਆ ਸਾਡੇ SHO ਸਾਹਿਬ ਨੂੰ ਕਿ ਵੀ ਇਹਦੇ ਕੋਲ ਕੁਝ ਡਰੱਗ ਕੰਸਾਈਨਮੈਂਟ ਟਾਈਪ ਦੀ ਗੱਲ ਹੈ, ਤਾਂ ਉਹਨੇ ਪੁੱਛਿਆ ਤੁਹਾਡੇ ਕੋਲ ਕੋਈ ਚੀਜ਼ ਹੈ, ਤੁਹਾਡੀ ਕੋਈ ਚੈਕਿੰਗ ਵਗੈਰਾ ਕਰਾਣੀ ਹੈ। ਉਹਨੇ ਦੱਸਿਆ ਕਿ ਮੈਂ ਕੋਈ ਗੈਜ਼ੇਟਡ ਆਫੀਸਰ ਤੋਂ ਚੈਕਿੰਗ ਕਰਾਉਣਾ ਚਾਹੁੰਦਾ। ਉਹਦੇ ਵਿੱਚ ਫਿਰ ਸਾਡੇ DSP ਰਾਜਵੀਰ ਸਿੰਘ ਹੈ, ਉਹ ਉੱਥੇ ਮੌਕੇ ਪਰ ਗਏ ਸੀਗੇ। ਮੌਕੇ ਪਰ ਜਾ ਕੇ ਜਦੋਂ ਇਹਨਾਂ ਨੇ ਚੰਗੀ ਤਰ੍ਹਾਂ ਇਹਨਾਂ ਦੀ ਤਲਾਸ਼ੀ ਲਈ, ਉਹਦੇ 'ਚ ਇਹਨਾਂ ਤੋਂ 500 ਗ੍ਰਾਮ ਦੇ 2 ਪੈਕੇਟਸ ਹੈਰੋਇਨ ਰਿਕਵਰ ਹੋਈ ਹੈ। 1 ਕਿਲੋ ਟੋਟਲ ਹੈਰੋਇਨ ਰਿਕਵਰ ਹੋਈ ਹੈ। ਇਹਦੇ ਵਿੱਚ 126 ਨੰਬਰ ਮੁਕੱਦਮਾ 21C 6185 NDPS ਐਕਟ ਥਾਣਾ ਵਲਟੋਹਾ ਰਜਿਸਟਰ ਕੀਤਾ ਗਿਆ ਹੈ। ਉਹਦੇ 'ਚ ਸੋਰਸ ਹੈਗਾ, ਉਹਦੇ ਬਾਰੇ ਹੁਣ ਫਰਦਰ ਪੜਤਾਲ ਕਰ ਰਹੇ ਹਾਂ। ਸਰ ਪਹਿਲਾਂ ਕੋਈ ਮੁਕੱਦਮੇ ਦਰਜ ਹੈ ਕਿਹਨਾਂ ਦੇ? ਇਹਨਾਂ ਦੇ ਖਿਲਾਫ ਕ੍ਰਿਮੀਨਲ ਕੇਸਿਸ ਹੁਣ ਤੱਕ ਤਾਂ ਨਹੀਂ ਹੈ, ਬਟ ਅਸੀਂ ਚੈੱਕ ਕਰ ਰਹੇ ਹਾਂ ਕਿ ਕੋਈ ਹੋਰ ਪੁਲਿਸ ਸਟੇਸ਼ਨ, ਕੋਈ ਹੋਰ ਡਿਸਟ੍ਰਿਕਟਸ ਦੇ ਵਿੱਚ ਇਹਦੇ ਖਿਲਾਫ ਕੋਈ ਕੇਸਿਸ ਰਜਿਸਟਰਡ ਹੋਇਆ ਹੋਣਾ। ਸਰ ਇਹ ਪਤਾ ਲੱਗਾ ਕਿੱਥੋਂ ਫਿਰ ਲੈ ਕੇ ਆਏ ਜਾਂ ਕਿੱਥੇ ਜਾ ਰਹੇ ਸੀ? पाकिस्तान तो कोई सवाल ही नहीं पूछा। सर जेड़ा जिसको अरेस्ट है या किसी और मामले में? उसके बारे में हम आपको बाद में ब्रीफ करेंगे, है ना। जो फर्दर पड़ताल है उसके बारे में जब कंफर्मेशन हो जाएगी कहाँ से लेके आया वो बंदा कौन है, उसकी वेरिफिकेशन के बाद उसके बारे में बताएंगे। सर जिस नंबर से इन्होंने बात की वो ट्रेस हो पाए या सोशल मीडिया के थ्रू बात हुई थी या? वो सारा अंडर इन्वेस्टिगेशन है और उसमें से जो चीज़ आपको बताने लायक होगी वो डेफिनेटली आपको बताएंगे। इसमें है ना, जैसे नॉर्मली एक सर्टेन मैटर्स में हमें एक इंक्वायरी करते हैं, लाइक चीटिंग फॉर्जरी का हो गया, जिसमें कई बार सिविल और क्रिमिनल मिक्स होता है। उस टाइप के मैटर में FIR रजिस्टर करने से पहले हम उसकी इंक्वायरी करते हैं। तो इन सच केसेस ऐसा पता लगा था कि बहुत सारे लोग दरख्वास्त दे देते हैं और फिर दरख्वास्त की उसको पड़ताल करवाने के लिए आते नहीं हैं पुलिस स्टेशन में या कोई ऑफिसर के पास। तो ऐसी हमारे पास 13,000 से ज़्यादा दरख्वास्तें पेंडिंग है। उसमें से कई सारी पुरानी साल 1.5 साल पुरानी है। तो जब उसका रीज़न आइडेंटिफाई किया गया था और कई सारी फ़ाइल होने के लिए आती हैं, तो चेक किया, उसमें पता लगा कि दोनों में से एक पार्टी हाजिर नहीं आती पुलिस स्टेशन में। तो इसका हमने लीगल फिर थोड़ा एग्जामिन करवाया था। दैट इज़ जैसे इसमें ना हम नॉर्मली जब बुलाते हैं 160 का परवाना, 160 CRPC का परवाना नोट करवाते हैं हम पार्टीज़ को। तो वो 160 का परवाना है, दैट इज़ द लीगल पावर। अगर उसकी डिसओबीडियंस होती है, मतलब उसकी परवाने के बाद कोई बंदा ना आए, तो उसमें वी कैन रजिस्टर FIR अंडर 174 IPC। तो हमने फिर अभी जैसे देखा था, मैं जो इंक्वायरीज डिस्पोज ऑफ करता था उसमें मुझे पता लगा कि ये लोग आ ही नहीं रहे हैं दोनों पार्टीज़ में से। फिर उसमें से कुछ लोगों को मैंने 174 का नोटिस इशू किया, तो वो मेरे पास हाजिर आए, है ना। तो जब हाजिर आए मुझे रियलाइज़ हुआ कि ये जस्ट बिकॉज ऑफ फ्रीवोलेस रीज़न दरख्वास्त दे के साइड में हट जाता है कि हमारी इंक्वायरी चल रही है। इसी वजह से जो कई सारे केसेस हैं, केसेस में इंक्वायरी पेंडिंग बोलती हैं, क्योंकि जब तक पार्टी दोनों हाजिर नहीं जाएगी थाने में या ऑफिसर के पास, उसमें फर्दर इन्वेस्टिगेशन होगी नहीं। तो इन सच केसेस जो इस तरह से लोग हैं जो जानबूझ के थाने नहीं जाते हैं बिकॉज ऑफ एनी रीज़न, तो उनके खिलाफ़ फिर हम 174 IPC के तहत FIR रजिस्टर करेंगे। और अभी हमने 2 FIR रजिस्टर की भी हैं पिछले कुछ दिनों में। तो लोगों से मेरी ये रिक्वेस्ट है कि जब भी कोई पुलिस को दरख्वास्त देते हैं, वी आर ऑलरेडी ओवरबर्डन, पुलिस के पास बहुत ज़्यादा काम है। तो जब आपको एक परवाना नोट करवा के फ़ोन के ऊपर या रिटर्न आपके पास बंदा आके बोलता है कि आपने थाने आना है, तो मेहरबानी करके थाने में उनको पुलिस को कोऑपरेट करें और इस तरह की कोई लीगल कॉम्प्लिकेशन से या कोई क्रिमिनल कार्रवाई से बचा जा सके। कितनी अभी तक पेंडिंग है एप्लीकेशन? अप्रॉक्सीमेट 13,000 के आसपास दरखास्तें पेंडिंग है। ਪੰਜਾਬ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਤੇਜਪ੍ਰੀਤ ਸਿੰਘ ਪੀਟਰ ਵੱਲੋਂ ਭਿੱਖੀਪਿੰਡ ਖਾਲੜਾ, ਅਲਗੋ ਕੋਠੀ, ਅਮਰਕੋਟ, ਖੇਮਕਰਨ ਮੰਡੀਆਂ ਦਾ ਤੂਫਾਨੀ ਦੌਰਾ ਕਰਦਿਆਂ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਨਾਲ ਮੁਲਾਕਾਤ ਕਰਕੇ ਆ ਰਹੀਆਂ ਮੁਸ਼ਕਲਾਂ ਨੂੰ ਗਹਿਰਾਈ ਦੇ ਨਾਲ ਸੁਣਿਆ ਤੇ ਵਿਸ਼ਵਾਸ ਦਿਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਣਕ, ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਤਤਪਰ ਰਹਿੰਦੀ ਹੈ ਤੇ ਕਿਸਾਨਾਂ, ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਿਲ ਨਹੀਂ ਪੇਸ਼ ਆਉਣ ਦਿੰਦੀ। ਮਾਰਕੀਟ ਕਮੇਟੀ ਭਿੱਖੀਪਿੰਡ ਦੇ ਚੇਅਰਮੈਨ ਰਾਜਵੰਤ ਸਿੰਘ, ਸਰਪੰਚ ਇੰਦਰਵੀਰ ਸਿੰਘ, ਸੀਨੀਅਰ ਆਗੂ ਕਰਨਜੀਤ ਸਿੰਘ ਮਿੱਠਾ,
ਸੈਕਟਰੀ ਜਸਮੇਲ ਵੱਲੋਂ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਭੇਟ ਕਰਕੇ ਵਧਾਈ ਦਿੰਦਿਆਂ ਰਾਜਵੰਤ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਤੇਜਪ੍ਰੀਤ ਸਿੰਘ ਪੀਟਰ ਸੰਧੂ ਨੂੰ ਪੰਜਾਬ ਮੰਡੀ ਬੋਰਡ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕਰਕੇ ਮਾਝੇ ਦਾ ਮਾਣ ਵਧਾਇਆ ਹੈ। ਅੱਜ ਆਏ ਸੀਗੇ ਜੀ, ਅਸੀਂ ਦਾਣਾ ਮੰਡੀ ਚੈੱਕ ਕਰਨ ਸਾਰੀਆਂ ਮੰਡੀਆਂ ਕਿ ਸਾਡੇ ਜ਼ਿਮੀਂਦਾਰ ਭਰਾ ਜਿਹੜੇ ਨੇ ਜਾਂ ਜਿਹੜੇ ਸਾਡੇ ਆੜ੍ਹਤੀਏ ਭਰਾ ਨੇ ਉਹਨਾਂ ਨੂੰ ਜੇ ਕੋਈ ਪ੍ਰੋਬਲਮ ਹੈਗੀ ਹੈ ਤੇ ਅਸੀਂ ਉਹਨਾਂ ਬਾਰੇ ਉਹਨਾਂ ਕੋਲੋਂ ਵਿਸਥਾਰ ਨਾਲ ਜਾਣਨ ਲਈ ਆਏ ਸੀ ਤੇ ਉਹਨਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਜਲਦੀ ਤੋਂ ਜਲਦੀ ਉਹਨਾਂ ਦਾ ਨਿਪਟਾਰਾ ਹੋ ਸਕੇ। ਔਰ ਬਾਕੀ ਇਹਨਾਂ ਨੇ ਜਿਹੜੀਆਂ ਖਰੀਦ ਪੱਧਤੀ ਦੱਸੀਆਂ ਉਹ DFSC ਸਾਹਿਬ ਨਾਲ ਗੱਲ ਕੀਤੀ ਹੈ। ਪੇਮੈਂਟ ਵੀ 2-3 ਦਿਨਾਂ ਤੱਕ ਸਟ੍ਰੀਮਲਾਈਨ ਹੋ ਜਾਊਗੀ ਸਾਰੀ, ਔਰ ਜਿਹੜੀ ਖਰੀਦ ਹੈ ਜਾਂ ਜੇ ਕੋਈ ਬਾਰਦਾਨੇ ਦੀ ਕਮੀ ਉਹ ਵੀ ਪੂਰੀ ਕਰਾਂਗੇ। ਸਰ ਜਿਹੜਾ 2 ਕਰੋੜ 29 ਲੱਖ ਰੁਪਈਆ ਮੰਡੀ ਲਈ ਆਇਆ ਦਾਣਾ ਮੰਡੀ ਬੋਰਡ ਲਈ, ਉਹਦੇ ਵਿੱਚੋਂ ਆਪਣਾ ਸੜਕ ਵਾਸਤੇ ਤੇ ਫੜਾਂ ਵਾਸਤੇ ਜੀ। ਅੱਛਾ ਜੀ, ਕੋਈ ਵੀ ਇਹ ਸੜਕਾਂ ਦਾ ਤਾਂ ਨਹੀਂ ਅਜੇ ਮੈਨੂੰ ਇਹਨਾਂ ਨੇ ਦੱਸਿਆ ਕੋਈ, ਪਰ ਹਾਂ ਇਹਨਾਂ ਨੇ ਮੈਨੂੰ ਸੀਵਰੇਜ ਦੀ ਪ੍ਰੋਬਲਮ ਦੱਸੀ ਹੈ ਮੰਡੀ ਦੀ ਤੇ ਉਹਦੇ ਵਿੱਚ ਕੋਈ ਫੰਡਾਂ ਦੀ ਘਾਟ ਸੀ ਮਾਰਕੀਟ ਕਮੇਟੀ ਲੋਕਲ ਕੋਲ, ਤੇ ਉਹ ਇਹਨਾਂ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਬਣਾ ਕੇ ਐਸਟੀਮੇਟ ਉੱਪਰ ਭੇਜ ਦੇਣ ਹੈੱਡ ਆਫਿਸ, ਤਾਂ ਕਿ ਅਸੀਂ ਉੱਥੇ ਜਾ ਕੇ ਛੇਤੀ ਉਹਨਾਂ ਤੋਂ ਫੰਡ ਮੁਹੱਈਆ ਕਰਾ ਕੇ ਇਹਨਾਂ ਦਾ ਜਿਹੜੀ ਹੈ ਸੀਵਰੇਜ ਦੀ ਡਿਮਾਂਡ ਹੈ ਛੇਤੀ। ਔਰ ਇੱਕ ਇਹਨਾਂ ਨੇ ਲਾਈਟਾਂ ਦੀ ਦੱਸੀ ਹੈ ਪ੍ਰੋਬਲਮ, ਉਹ ਲਾਈਟਾਂ ਦੀ ਪ੍ਰੋਬਲਮ ਕੋਈ ਐਡੀ ਪ੍ਰੋਬਲਮ ਨਹੀਂ ਹੈਗੀ, ਉਹ ਜਲਦੀ ਤੋਂ ਜਲਦੀ ਅਸੀਂ ਇਹ ਲਾਈਟਾਂ ਪਹੁੰਚ ਜਾਵਾਂਗੇ। ਤਰਨਤਾਰਨ ਤੋਂ ਜਗਜੀਤ ਸਿੰਘ ਡਾਲ ਦੀ ਰਿਪੋਰਟ, ਗਲੋਬਲ ਹੈਡਲਾਈਨ ਨਿਊਜ਼। ਤੇ ਇਹ ਸੀ ਅੱਜ ਦੀਆਂ ਮੁੱਖ ਖਬਰਾਂ। ਦੇਸ਼ ਵਿਦੇਸ਼ ਦੀਆਂ ਤਾਜ਼ਾ ਤਰੀਨ ਖਬਰਾਂ ਨੂੰ ਜਾਣਨ ਦੇ ਲਈ ਬਨੇ ਰਹੋ ਗਲੋਬਲ ਹੈਡਲਾਈਨ ਨਿਊਜ਼ ਦੇ ਨਾਲ। ਹਰੀ ਅਪ ਸਟੂਡੈਂਟ, ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ UK ਵਿੱਚ ਸਟੱਡੀ ਕਰਨ ਦੇ ਲਈ, ਤਾਂ ਅਸੀਂ ਕਰਾਂਗੇ ਤੁਹਾਡਾ ਇਹ ਸੁਪਨਾ ਪੂਰਾ ਵਿਦ ਔਰ ਵਿਦਆਊਟ ਆਇਲਸ 3 ਲੱਖ ਦੇ ਪੈਕੇਜ ਦੇ ਵਿੱਚ। ਇੰਨਾ ਹੀ ਨਹੀਂ, ਹੁਣ ਤੁਸੀਂ ਆਪਣਾ ਸਪਾਊਸ ਵੀ ਨਾਲ ਲੈ ਕੇ ਜਾ ਸਕਦੇ ਹੋ। ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੇ ਆਫਿਸ ਗਲੋਬਲ ਟਰੈਵਲਸ ਐਂਡ ਐਜੂਕੇਸ਼ਨ ਸਰਵਿਸਿਜ਼ ਦੇ ਨਾਲ। UK ਸਟੱਡੀ ਵੀਜ਼ਾ ਦੇ ਰਿਗਾਰਡਿੰਗ ਅਗਰ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੈ ਤੇ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰਸ ਤੇ ਕੰਟੈਕਟ ਕਰੋ।